ਮੈਨੂੰ ਅੱਜ ਵੀ ਯਾਦ ਹੈ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਸਵੈ ਜੀਵਨੀ ਪੜ੍ਹੀਏ ਨਾ, ਤੇ ਉਹਨਾਂ ਨੇ ਆਪਣੀ ਜੀਵਨੀ ਵਿੱਚ ਇਸ ਪੰਕਤੀ ਤੋਂ ਹੀ ਗਾਂ ਉਹਨਾਂ ਨੂੰ ਗੁਰਬਾਣੀ ਵਿਆਕਰਨ ਦੀ ਖੋਜ ਦਾ ਆਹਰ ਲੱਗਾ ਸੀ। ਇੱਕ ਪੰਕਤੀ ਤੋਂ ਹੀ ਉਹਨਾਂ ਨੇ ਗੁਰਬਾਣੀ ਵਿਆਕਰਨ ਦੀ ਖੋਜ ਨੂੰ ਖੋਜਣਾ ਅੱਗੇ ਜਾ ਕੇ ਸ਼ੁਰੂ ਕੀਤਾ। ਉਹ ਪੰਕਤੀ ਕਿਹੜੀ ਸੀ? ਉਹ ਆਪਣੀ ਸਵੈ ਜੀਵਨੀ ਵਿੱਚ ਲਿਖਦੇ ਨੇ, ਕਹਿੰਦੇ ਮੈਂ ਗੁਰਬਾਣੀ ਦਾ ਪਾਠ ਪੜ੍ਹ ਰਿਹਾ ਸੀ। ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਮੈਂ ਗੁਰਬਾਣੀ ਦਾ ਪਾਠ ਕਰ ਰਿਹਾ ਸੀ ਅਤੇ ਮੇਰੇ ਸਾਹਮਣੇ ਇੱਕ ਪੰਕਤੀ ਆਈ। ਉਹ ਪੰਕਤੀ ਸੀ, ਆਹਰ ਸਭ ਕਰਦਾ ਫਿਰੈ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਭਰੈ, ਵਿਰਲਾ ਬੂਝੈ ਕੋਏ। ਹੁਣ 3 ਵਾਰ ਸ਼ਬਦ ਵਰਤਿਆ ਹੈ। ਸ਼ਬਦ ਵਰਤਿਆ ਆਹਰ, ਅਤੇ ਆਹਰ ਦਾ ਮਤਲਬ ਹੁੰਦਾ ਹੈ ਕੰਮ ਕਾਜ। ਕਹਿੰਦੇ ਜਦੋਂ ਮੈਂ ਇਸ ਸ਼ਬਦ ਦੇ ਦਰਸ਼ਨ ਕੀਤੇ ਤੇ ਆਹਰ ਸ਼ਬਦ 3 ਸਰੂਪਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਰਤਿਆ ਹੋਇਆ। ਹੁਣ ਅੱਜ ਵੀ ਵੈਸੇ ਸਾਡੀ ਕੌਮ ਦੇ ਵਿੱਚ, ਪੰਥ ਵਿੱਚ ਕਈ ਐਸੇ ਲੋਕ ਨੇ ਜਿਹੜੇ ਕਹਿੰਦੇ ਨੇ ਗੁਰਬਾਣੀ ਨੂੰ ਵਿਆਕਰਨ ਦੇ ਨਿਯਮਾਂ ਦੇ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ, ਪਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਨੂੰ ਆਪ ਵਿਆਕਰਨ ਵਿੱਚ ਬੰਨ੍ਹਿਆ। ਸਿਧਾਂਤ ਗੁਰਬਾਣੀ ਦਾ ਅਲੱਗ ਹੈ, ਪਰ ਗੁਰਬਾਣੀ ਦੀ ਲਿਖਣ ਸ਼ੈਲੀ ਅਲੱਗ ਹੈ। ਗੁਰਬਾਣੀ ਨੂੰ ਜਦੋਂ ਬੰਦੇ ਨੇ ਸਮਝਣਾ ਹੈ ਤਾਂ ਉਹਨੂੰ ਵਿਆਕਰਨ ਦੇ ਰਾਹੀਂ ਸਮਝਿਆ ਜਾ ਸਕਦਾ ਹੈ। ਨਹੀਂ ਤਾਂ ਤੁਸੀਂ ਜਿਹੜੀ ਪੁਰਾਣੀ ਚੱਲੀ ਆਉਂਦੀ ਰੀਤ ਸੀ, ਇਹਦੇ ਵੱਲ ਥੋੜ੍ਹਾ ਜਿਹਾ ਝਾਤੀ ਮਾਰ ਕੇ ਵੇਖਿਓ। ਪੁਰਾਣੀ ਚੱਲੀ ਆ ਰਹੀ ਰੀਤ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਗੁਰਬਾਣੀ ਦੀ ਇੱਕ ਪੰਕਤੀ ਦੇ ਕਈ ਅਰਥ ਕੀਤੇ ਨੇ। ਅਤੇ ਸਾਹਿਬ ਸਿੰਘ ਜੀ ਨੇ ਜਦੋਂ ਗੁਰਬਾਣੀ ਦਾ ਟੀਕਾ ਲਿਖਿਆ, ਉਹਨਾਂ ਆਖਿਆ ਗੁਰਬਾਣੀ ਦੀ ਇੱਕ ਪੰਕਤੀ ਦੇ ਕਈ ਅਰਥ ਨਹੀਂ ਹੋ ਸਕਦੇ, ਗੁਰਬਾਣੀ ਦੀ ਇੱਕ ਪੰਕਤੀ ਦਾ ਅਰਥ ਇੱਕ ਹੀ ਹੋਏਗਾ। ਹੋਏਗਾ ਉਹ ਜਿਹੜਾ ਸਿਧਾਂਤ ਦੇ ਨੇੜੇ ਹੋਵੇ, ਜਿਹੜਾ ਤੁਹਾਨੂੰ ਸਿਧਾਂਤ ਤੋਂ ਦੂਰ ਨਾ ਲੈ ਕੇ ਜਾਵੇ। ਹੁਣ ਉਹਨਾਂ ਨੇ ਸ਼ਬਦ ਪੜ੍ਹਿਆ ਉਹਦੇ ਵਿੱਚ ਆਹਰ। ਇੱਕ ਆਹਰ ਉਹ ਸੀ ਜਿਹਦੇ ਆਹਰ ਦੇ ਰਾਰੇ ਨੂੰ ਸਿਹਾਰੀ ਲੱਗੀ ਹੈ। ਦੂਜਾ ਆਹਰ ਉਹ ਹੈ ਜਿਹਦੇ ਆਹਰ ਦੇ ਰਾਰੇ ਨੂੰ ਔਂਕੜ ਲੱਗਾ ਹੋਇਆ ਹੈ। ਅਤੇ ਤੀਜਾ ਆਹਰ ਉਹ ਹੈ ਜਿਹਨੂੰ ਨਾ ਸਿਹਾਰੀ ਲੱਗੀ ਹੈ ਅਤੇ ਨਾ ਹੀ ਉਹਨੂੰ ਔਂਕੜ ਲੱਗਾ ਹੈ। ਇਹ ਵੈਸੇ ਸਾਧ ਸੰਗਤ ਬੜਾ ਬਰੀਕ ਨੁਕਤਾ ਹੈ, ਪਰ ਸਾਡੇ ਸਾਰਿਆਂ ਦੇ ਧਿਆਨ ਵਿੱਚ ਰਹਿਣਾ ਚਾਹੀਦਾ ਤਾਂ ਕਿ ਗੁਰਬਾਣੀ ਦਾ ਜਦੋਂ ਅਸੀਂ ਪਾਠ ਪੜ੍ਹੀਏ ਤਾਂ ਉਹਨੂੰ ਸਮਝ ਕੇ ਪੜ੍ਹ ਸਕੀਏ। ਜੇ ਚੀਜ਼ਾਂ ਸਾਡੀ ਸਮਝ ਗੋਚਰੀਆਂ ਪੈ ਜਾਣਗੀਆਂ, ਹੋ ਜਾਣਗੀਆਂ, ਤਾਂ ਸਾਨੂੰ ਪਾਠ ਪੜ੍ਹਨਾ ਜਿਹੜਾ ਬੜਾ ਸੁਖਾਲਾ ਲੱਗੇਗਾ। ਕਈ ਵਾਰੀ ਸਾਡੇ ਸਵਾਲ ਹੁੰਦੇ ਨੇ, ਵੇਖੋ ਜੀ ਪਾਠ ਪੜ੍ਹੀ ਦਾ ਬੜਾ ਹੈ ਪਰ ਸਮਝ ਨਹੀਂ ਆਉਂਦਾ। ਅਤੇ ਦੂਜਾ ਸਾਡਾ ਅਕਸਰ ਇਹ ਹੁੰਦਾ ਹੈ ਵੀ ਜਦੋਂ ਪਾਠ ਪੜ੍ਹਦੇ ਹਾਂ ਨੀਂਦ ਬੜੀ ਆਉਂਦੀ ਹੈ। ਬੰਦਾ ਪਾਠ ਪੜ੍ਹਦਾ ਤਾਂ ਜ਼ਰੂਰ ਹੈ ਪਰ ਸਮਝ ਨਹੀਂ ਆਉਂਦਾ। ਦੂਜਾ ਪਾਠ ਪੜ੍ਹਦਿਆਂ ਨੀਂਦ ਬੜੀ ਆਉਂਦੀ ਹੈ। ਪਾਠ ਪੜ੍ਹਨਾ ਬੜਾ ਔਖਾ ਹੈ, ਪਰ ਪਾਠ ਪੜ੍ਹਨਾ ਬੜਾ ਸੌਖਾ ਹੈ। ਬੰਦੇ ਕੋਲ ਹੀ ਬਹਾਨੇ ਬਹੁਤੇ ਨੇ। ਪਾਠ ਪੜ੍ਹਨਾ ਬੜਾ ਸੌਖਾ ਹੈ। ਕੀ ਕਰੀਏ, ਟਾਈਮ ਨਹੀਂ ਲੱਗਦਾ ਸਾਰੀ ਦਿਹਾੜੀ, ਕਿੱਦਾਂ ਪਾਠ ਕਰੀਏ? ਇਹ ਜਿਹੜੀਆਂ ਗੱਲਾਂ ਸਾਡੇ ਸਮਝ ਵਿੱਚ ਨਹੀਂ ਆਉਂਦੀਆਂ। ਸਾਨੂੰ ਤਾਂ ਇੰਨਾ ਪਤਾ ਵੀ ਚੰਦ ਘੜੀਆਂ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਲਓ, ਪਾਠ ਨਹੀਂ ਸਾਡੇ ਕੋਲੋਂ ਪੜ੍ਹਿਆ ਜਾਂਦਾ। ਅਤੇ ਜੇ ਘਰ ਵਿੱਚ ਨਿਊਜ਼ਪੇਪਰ ਅਖਬਾਰ ਆਵੇ ਅਤੇ ਬੰਦਾ 9-9 10-10 ਪੰਨੇ ਕੱਲੀ ਖਬਰ ਵੇਖਦਾ ਪੜ੍ਹ ਜਾਂਦਾ ਹੈ, ਪਰ ਪਾਠ ਪੜ੍ਹਨ ਦਾ ਟਾਈਮ ਨਹੀਂ। ਗੁਟਕਾ ਫੜੋ ਅਤੇ ਨੀਂਦ ਆ ਜਾਂਦੀ ਹੈ। TV ਭਾਵੇਂ ਬੰਦਾ 1-1 2-2 3-3 ਘੰਟੇ ਲਗਾਤਾਰ ਹੀ ਵੇਖੀ ਜਾਵੇ। ਅਤੇ ਮੋਬਾਇਲ ਜਦੋਂ ਇੱਕ ਵਾਰੀ ਹੱਥ ਵਿੱਚ ਆ, ਵੈਸੇ ਸਾਡੇ ਬਜ਼ੁਰਗਾਂ ਦਾ ਪਤਾ ਆਮ ਤੌਰ 'ਤੇ ਕੀ ਸਵਾਲ ਹੁੰਦਾ। ਬਜ਼ੁਰਗ ਕਹਿੰਦੇ ਨੇ ਕੀ ਕਰੀਏ, ਗ੍ਰਸਥ ਜੀਵਨ ਦੇ ਜੰਜਾਲ ਹੀ ਇੱਦਾਂ ਦੇ ਨੇ, ਜਾਂ ਸਾਡੇ ਤਾਂ ਹੁਣ ਸਮਝ ਨਹੀਂ ਆਉਂਦੀਆਂ ਇਹ ਚੀਜ਼ਾਂ। ਇਹ ਤਾਂ ਹੁਣ ਜਵਾਕ ਅੱਗੇ ਆਪੇ ਪੜ੍ਹ ਲੈਣਗੇ। ਸਮਝ ਚੀਜ਼ਾਂ ਆਉਂਦੀਆਂ ਨਹੀਂ ਕਿ ਅਸੀਂ ਸਮਝਣਾ ਨਹੀਂ ਚਾਹੁੰਦੇ। ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਸਾਡੇ ਕੋਲ ਮੋਬਾਈਲ ਫੋਨ ਨਹੀਂ ਸੀ ਆਏ, ਕਿਸੇ ਨੂੰ ਪਤਾ ਹੀ ਨਹੀਂ ਸੀ ਮੋਬਾਈਲ ਫੋਨ ਕੀ ਹੁੰਦਾ ਹੈ। ਪਰ ਜਦੋਂ ਚੀਜ਼ਾਂ ਸਾਡੀ ਵਰਤੋਂ ਵਿੱਚ ਆਈਆਂ ਅਤੇ ਬਜ਼ੁਰਗਾਂ ਨੇ ਵੀ ਸਮਝ ਲਿਆ ਵੀ ਜਦੋਂ ਹਰੇ ਬਟਨ 'ਤੇ ਹੱਥ ਲਾਈਏ ਅਤੇ ਚੁੱਕਿਆ ਜਾਂਦਾ ਅਤੇ ਲਾਲ ਤੋਂ ਕੱਟਿਆ ਜਾਂਦਾ, ਸਮਝੇ ਹੀ ਹੈ ਨਾ ਆਪਾਂ। ਪਰ ਜਦੋਂ ਪਾਠ ਦੀ ਵਾਰੀ ਆਉਂਦੀ ਹੈ, ਨਹੀਂ, ਸਾਡੀ ਸਮਝ ਵਿੱਚ ਨਹੀਂ ਇਹ ਚੀਜ਼ਾਂ ਆਉਂਦੀਆਂ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਇੱਕ ਸ਼ਲੋਕ ਹੈ। ਸਤਿਗੁਰੂ ਨੇ ਬੜੇ ਪਿਆਰੇ ਬਚਨ ਬਾਣੀ ਵਿੱਚ ਕੀਤੇ ਨੇ। ਕਹਿੰਦੇ, ਸੰਤ ਸ਼ਰਨ ਜੋ ਜਨ ਭਰੈ ਸੋ ਜਨ ਉਧਰਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਅਵਤਾਰ। ਜਦੋਂ ਬੰਦਾ ਸੰਤ ਦੀ ਨਿੰਦਿਆ ਕਰਦਾ ਹੈ ਤੇ ਉਹਨੂੰ ਵਾਰ-ਵਾਰ ਅਵਤਾਰਾਂ ਵਿੱਚ ਆਉਣਾ ਪੈਂਦਾ ਹੈ। ਸੰਤ ਦਾ ਮਤਲਬ ਬੰਦਾ ਨਹੀਂ, ਸੰਤ ਕੌਣ ਹੈ? ਗੁਰੂ ਦੀ ਨਿੰਦਿਆ ਵੀ ਬੰਦਾ ਕਰਦਾ ਹੈ। ਇੱਕ ਨਿੰਦਿਆ ਉਹ ਹੁੰਦੀ ਹੈ ਜਿਹੜੀ
ਕਿਸੇ ਦੇ ਬਾਰੇ ਗਲਤ ਗੱਲ ਬਣਾਈ ਜਾਵੇ, ਕਿਸੇ ਦੇ ਬਾਰੇ ਨਿੰਦਿਆ ਕੀਤੀ ਜਾਵੇ, ਕਿਸੇ ਦੇ ਬਾਰੇ ਮਾੜਾ ਚਿਤਵਿਆ ਜਾਵੇ। ਇੱਕ ਨਿੰਦਿਆ ਉਹ ਹੁੰਦੀ ਹੈ। ਦੂਜੀ ਨਿੰਦਿਆ ਅਸੀਂ ਗੁਰੂ ਦੀ ਕਰਦੇ ਹਾਂ, ਸਾਰੇ ਕਰਦੇ ਹਾਂ, ਭਾਵੇਂ ਜਾਣੇ ਵਿੱਚ ਕਰੀਏ ਭਾਵੇਂ ਅਣਜਾਣਪੁਣੇ ਵਿੱਚ ਕਰੀਏ। ਨਿੰਦਿਆ ਕਿੱਦਾਂ ਕਰਦੇ ਹਾਂ? ਜਦੋਂ ਅਸੀਂ ਕਹਿੰਦੇ ਹਾਂ ਸਾਨੂੰ ਤੇ ਬਾਣੀ ਸਮਝ ਨਹੀਂ ਆਉਂਦੀ। ਸਮਝ ਆਉਂਦੀ ਹੈ ਪਰ ਬੰਦਾ ਸਮਝਣਾ ਨਹੀਂ ਚਾਹੁੰਦਾ, ਇਹ ਨਿੰਦਿਆ ਹੀ ਹੈ ਗੁਰੂ ਦੀ। ਸਾਨੂੰ ਤੇ ਅੱਖਾਂ ਤੋਂ ਦਿਖਦਾ ਨਹੀਂ, ਕੀ ਕਰੀਏ? ਹੁਣ ਤੇ ਅੱਖਾਂ ਵੀ ਹੌਲੀ ਹੌਲੀ ਜਵਾਬ ਦਿੰਦੀਆਂ ਜਾਂਦੀਆਂ ਨੇ, ਗੁਰਬਾਣੀ ਪੱਲੇ ਨਹੀਂ ਪੈਂਦੀ। ਅੱਛਾ, ਜਿਹੜੀ ਮਾਤਾ ਨੂੰ ਜਿਹੜੇ ਬਾਪੂ ਨੂੰ ਅੱਖਾਂ ਤੋਂ ਦਿਖਦਾ ਨਹੀਂ, ਪਾਠ ਨਹੀਂ ਪੜ੍ਹਿਆ ਜਾਂਦਾ, ਜਦੋਂ ਮੈਂ ਕਈ ਵਾਰੀ ਵੇਖਦਾ ਹੁੰਦਾ ਉਹ ਵੀ ਬੱਸ 'ਚ ਚੜ੍ਹਿਆ ਹੋਵੇ ਨਾ, ਅਤੇ ਜਿਹੜਾ ਕਨੈਕਟਰ ਹੈ ਉਹਨੇ 5 ਰੁਪਈਏ ਵਾਪਸ ਕਰਨੇ ਹੋਣ ਅਤੇ ਦਿਖਦਾ ਭਾਵੇਂ ਘੱਟ ਹੈ ਪਰ ਬੰਦਾ ਟੋਹ ਕੇ ਵੇਖ ਲੈਂਦਾ ਵੀ ਇਹ 5 ਦਾ ਨੋਟ ਹੈ ਕਿ ਰੁਪਈਏ ਦਾ ਹੈ, 5 ਦਾ ਸਿੱਕਾ ਹੈ ਕਿ 1 ਰੁਪਈਏ ਦਾ ਸਿੱਕਾ ਹੈ। ਪਛਾਣ ਹੈ ਨਾ ਇਹਨਾਂ ਚੀਜ਼ਾਂ ਦੀ, ਜਾਣਦਾ ਹੈ ਨਾ ਬੰਦਾ ਇਹ ਸਾਰੀਆਂ ਚੀਜ਼ਾਂ, ਕਿਉਂਕਿ ਉਹ ਚੀਜ਼ਾਂ ਸਾਡੀ ਲੋੜ ਦਾ ਹਿੱਸਾ ਹੈ। ਪਰ ਗੁਰਬਾਣੀ ਨੂੰ ਅਸੀਂ ਅਜੇ ਤੱਕ ਆਪਣੀ ਲੋੜ ਦਾ ਹਿੱਸਾ ਨਹੀਂ ਬਣਾਇਆ। ਜਦੋਂ ਬੰਦਾ ਸੂਟਾਂ ਵਾਲੀ ਦੁਕਾਨ 'ਤੇ ਜਾਂਦਾ ਹੈ, ਬੀਬੀਆਂ ਮਾਈਆਂ ਅਕਸਰ ਜਾਂਦੀਆਂ ਨੇ, ਜਿਨ੍ਹਾਂ ਨੂੰ ਅੱਖਾਂ ਤੋਂ ਚੰਗੀ ਤਰ੍ਹਾਂ ਦਿਖਦਾ ਨਹੀਂ, ਉਹ ਵੀ ਕੱਪੜੇ ਨੂੰ ਹੱਥ ਲਾ ਲਾ ਕੇ ਉਹਦੀ ਪਰਖ ਕਰਦੇ ਨੇ ਵੀ ਕੱਪੜਾ ਚੰਗਾ ਹੈ ਕਿ ਮਾੜਾ ਹੈ, ਹੰਢਣਸਾਰ ਹੈਗਾ ਵੀ ਹੈ ਕਿ ਨਹੀਂ ਹੈਗਾ। ਕਿੰਨੀ ਬੰਦਾ ਕੱਪੜਾ ਲੈਣ ਲੱਗਿਆ ਪਰਖ ਪੜਤਾਲ ਕਰਦਾ ਹੈ। ਕਿੰਨੀ ਵਾਰ ਦੁਕਾਨਦਾਰ ਦੇ ਕੋਲੋਂ ਸੂਟ ਕਢਾਏ ਜਾਂਦੇ ਨੇ, ਫਿਰ ਉਹਨੂੰ ਵੇਖਿਆ ਜਾਂਦਾ, ਜੇ ਚੰਗਾ ਨਹੀਂ ਲੱਗਦਾ ਹੋਰ ਸੂਟ ਵੇਖੇ ਜਾਂਦੇ ਨੇ। ਕਿੰਨੀ ਬੰਦਾ ਪਰਖ ਪੜਚੋਲ ਕਰਦਾ ਹੈ। ਪਰ ਇੰਨੀ ਪਰਖ ਪੜਚੋਲ ਧਰਮ ਦੀ ਦੁਨੀਆ ਵਿੱਚ ਵੀ ਕੀਤੀ ਜਾਂਦੀ ਹੈ। ਬਾਣੀ ਪੜ੍ਹਨ ਲੱਗਿਆ ਵੀ ਇੰਨਾ ਧਿਆਨ ਦਿੱਤਾ ਜਾਂਦਾ ਹੈ। ਬਾਣੀ ਪੜ੍ਹਨ ਲੱਗਿਆ ਬੰਦਾ ਬੈਠਾ ਗੁਰਦੁਆਰੇ ਹੈ, ਧਿਆਨ ਕਿਤੇ ਹੋਰ ਗਿਆ ਹੁੰਦਾ, ਹੱਥ ਵਿੱਚ ਗੁਟਕਾ ਹੁੰਦਾ ਹੈ ਅਤੇ ਧਿਆਨ ਕਿਤੇ ਹੋਰ ਹੀ ਪਾਸੇ ਰੁੱਝਾ ਹੁੰਦਾ ਹੈ। ਕਿਉਂਕਿ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਸਮਝਦੇ ਨਹੀਂ। ਜੇ ਗੁਰਬਾਣੀ ਨੂੰ ਧਿਆਨ ਨਾਲ ਸਮਝੀਏ ਤਾਂ ਬਾਣੀ ਬੜੀ ਸੌਖੀ ਹੈ। ਗੁਰਬਾਣੀ ਪੜ੍ਹਨੀ ਕੋਈ ਔਖਾ ਕੰਮ ਨਹੀਂ। ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਆਪਣੇ ਸਿੱਖਾਂ ਨੂੰ ਪਿਆਰ ਨਾਲ ਕਹਿੰਦੇ ਸਨ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ, ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਆਓ ਭਾਈ ਗੁਰਬਾਣੀ ਨੂੰ ਗਾਓ, ਅਤੇ ਗੁਰਬਾਣੀ ਨੂੰ ਗਾਉਣ ਤੋਂ ਬਾਅਦ ਆਪਣੇ ਜੀਵਨ ਨੂੰ ਸਫਲਾ ਕਰੋ। ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਜਦੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰਬਾਣੀ ਵਿਆਕਰਨ ਦੀ ਖੋਜ ਕੀਤੀ ਤਾਂ ਉਹਨਾਂ ਸਾਹਮਣੇ 3 ਸ਼ਬਦ ਆਏ। ਪਹਿਲਾ ਸ਼ਬਦ ਸੀ ਆਹਰ ਸਭ ਕਰਦਾ ਫਿਰੈ। ਬੰਦਾ ਬਹੁਤ ਸਾਰੇ ਕੰਮ ਕਰਦਾ ਹੈ, ਆਪਣੇ ਜੀਵਨ ਵਿੱਚ ਬਹੁਤ ਸਾਰੇ ਕੰਮ ਕਰਦਾ ਹੈ। ਉੱਥੇ ਆਹਰ ਦੇ ਰਾਰੇ ਨੂੰ ਨਾ ਔਂਕੜ ਲੱਗਾ ਨਾ ਸਿਹਾਰੀ ਲੱਗੀ ਹੈ, ਕਿਉਂਕਿ ਬਹੁ ਵਚਨ ਹੋ ਗਿਆ। ਨਾ ਔਂਕੜ ਲੱਗਾ ਨਾ ਸਿਹਾਰੀ ਲੱਗੀ ਹੈ, ਬਹੁ ਵਚਨ ਹੈ। ਕਹਿੰਦੇ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਪਰ ਬੰਦਾ ਇੱਕ ਕੰਮ ਨਹੀਂ ਕਰਦਾ, ਇੱਕ ਆਹਰ ਨਹੀਂ ਬੰਦਾ ਕਰਦਾ। ਹੁਣ ਇੱਥੇ ਬਹੁਤਿਆਂ ਦੀ ਗੱਲ ਨਹੀਂ, ਗੱਲ ਇੱਥੇ ਕਿੰਨਿਆਂ ਦੀ ਹੈ? ਸਿਰਫ ਇੱਕ ਦੀ। ਇੱਥੇ ਆਹਰ ਦੇ ਰਾਰੇ ਨੂੰ ਔਂਕੜ ਲੱਗਾ ਹੋਇਆ, ਇਹਦਾ ਮਤਲਬ ਗੱਲ ਇੱਕ ਦੀ ਕੀਤੀ ਜਾ ਰਹੀ ਹੈ, ਇੱਕ ਵਚਨ ਹੈ। ਪਹਿਲਾ ਕੀ ਸੀ? ਬਹੁ ਵਚਨ। ਫਿਰ ਅਗਲੀ ਉਹਨਾਂ ਨੇ ਪੰਕਤੀ ਵਰਤੀ, ਕਹਿੰਦੇ ਨਾਨਕ ਹੇ ਨਾਨਕ ਜਿਤ ਆਹਰ ਜਗ ਉਭਰੈ। ਜਿਹੜੇ ਆਹਰ ਦੇ ਰਾਹੀਂ, ਜਿਹੜੇ ਆਹਰ ਦੇ ਦੁਆਰਾ ਜਗਤ ਉੱਭਰਦਾ ਹੈ, ਬੁਰਾਈਆਂ 'ਚੋਂ ਉੱਠਦਾ ਹੈ, ਚੰਗਿਆਈ ਵਾਲੇ ਪਾਸੇ ਨੂੰ ਜਾਂਦਾ ਹੈ। ਨਾਨਕ ਜਿਤ ਆਹਰ ਜਗ ਉਭਰੈ, ਵਿਰਲਾ ਬੂਝੈ ਕੋਏ। ਕੋਈ ਵਿਰਲਾ ਹੀ ਬੰਦਾ ਹੈ, ਕੋਈ ਵਿਰਲਾ ਹੀ ਮਨੁੱਖ ਹੈ ਜਿਹੜਾ ਇਸ ਆਹਰ ਨੂੰ ਸਮਝ ਸਕਦਾ ਹੈ। ਹੁਣ ਸ਼ਬਦ ਇੱਕ ਹੀ ਹੈ ਪਰ ਵਰਤਿਆ ਉਹਨੂੰ ਅਲੱਗ-ਅਲੱਗ ਤਰੀਕੇ ਨਾਲ ਹੈ। 3 ਵਾਰ ਸ਼ਬਦ ਵਰਤਿਆ ਹੈ, ਤਿੰਨੇ ਵਾਰ ਉਹਦੇ ਸਰੂਪ ਵੱਖੋ ਵੱਖਰੇ ਨੇ ਅਤੇ ਪੜ੍ਹਨ ਵਿੱਚ ਇੱਕੋ ਹੀ ਹੈ। ਅਸੀਂ ਕਈ ਵਾਰੀ